ਦਾ ਸਿੱਖ ਵਿਊ ਪੁਆਇੰਟ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਟਿਸ ਅਜੀਤ ਸਿੰਘ ਬੈਂਸ ਬੀਤੀ ਰਾਤ 99 ਸਾਲ ਦੀ ਲੰਮੀ ਅਤੇ ਅਰਥ ਭਰਪੂਰ ਆਜੂ ਭੋਗ ਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਵੈਸੇ ਤਾਂ ਜਸਟਿਸ ਅਜੀਤ ਸਿੰਘ ਬੈਂਸ ਦਾ ਨਾਂ ਬਹੁਤੀ ਵਿਆਖਿਆ ਜਾਂ ਜਾਣ ਪਛਾਣ ਦਾ ਮੁਤਾਜ ਨਹੀਂ। ਮੇਰਾ ਖਿਆਲ ਸ਼ਾਇਦ ਹੀ ਪੰਜਾਬ ਦਾ ਕੋਈ ਰਾਜਸੀ ਤੌਰ 'ਤੇ ਜਾਗਰੂਕ ਵਿਅਕਤੀ ਹੋਊ ਜਿਹੜੇ ਉਹਨਾਂ ਦੇ ਨਾਂ ਤੋਂ ਵਾਕਫ ਨਹੀਂ। ਪਰ ਫਿਰ ਵੀ ਆਪਾਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਗੱਲਾਂ ਅੱਜ ਕੁਝ ਕੁ ਮਿੰਟਾਂ ਲਈ ਸਾਂਝੀਆਂ ਕਰਦੇ ਹਾਂ ਅਤੇ ਉਹਨਾਂ ਨੂੰ ਆਪਾਂ ਇਸ ਰੂਪ ਦੇ ਵਿੱਚ ਅੱਜ ਯਾਦ ਕਰਦੇ ਹਾਂ। ਜਸਟਿਸ ਬੈਂਸ 1974 ਦੇ ਵਿੱਚ ਹਾਈ ਕੋਰਟ ਦੇ ਜੱਜ ਬਣੇ ਅਤੇ 85 ਦੇ ਵਿੱਚ ਉੱਥੋਂ ਰਿਟਾਇਰ ਹੋਏ। 84 ਦੇ ਵਿੱਚ ਸੋ 74 ਤੋਂ 84 ਤੱਕ 10 ਸਾਲ ਉਹਨਾਂ ਨੇ ਹਾਈ ਕੋਰਟ ਦੇ ਜੱਜ ਵਜੋਂ ਉੱਥੇ ਆਪਣੀ ਸੇਵਾ ਨਿਭਾਈ। ਉਹੀ ਉਹ ਮੌਕਾ ਸੀ ਉਹਨਾਂ ਦੀ ਰਿਟਾਇਰਮੈਂਟ ਤੋਂ ਸ਼ਾਇਦ 1 ਮਹੀਨਾ ਬਾਅਦ ਹੀ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਅਤੇ ਉਸ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਹ ਜਸਟਿਸ ਬੈਂਸ ਪਹਿਲਾਂ ਪਰਿਵਾਰਕ ਤੌਰ 'ਤੇ ਜੋ ਇਹਨਾਂ ਦਾ ਪਰਿਵਾਰਕ ਪਿਛੋਕੜ ਸੀ, ਉਹ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਪਰਿਵਾਰ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ 60ਵਿਆਂ 70ਵਿਆਂ ਦੇ ਵਿੱਚ ਜਿਹੜੇ ਇਨਕਲਾਬੀ ਸੀਗੇ, ਆਮ ਤੌਰ 'ਤੇ ਇਨਕਲਾਬੀਆਂ ਨੂੰ ਕਮਿਊਨਿਸਟਾਂ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਜਿਹੜੇ ਸਰਕਾਰ ਦੇ ਖਿਲਾਫ ਜਾਂ ਮੌਕੇ ਦੀ ਜਿਹੜੀ ਹਕੂਮਤ ਹੈ ਜਾਂ ਤਾਕਤ ਆ ਉਹਦੇ ਖਿਲਾਫ, ਉਹਦੇ ਜ਼ੁਲਮਾਂ, ਉਹਦੀਆਂ ਬੇਇਨਸਾਫੀਆਂ ਅਤੇ ਉਹਦੀ ਲੁੱਟ ਖਸੁੱਟ ਦੇ ਖਿਲਾਫ ਬੋਲਦੇ ਸੀ। ਸੋ ਇਹਨਾਂ ਦਾ ਵੱਡਾ ਭਰਾ ਹਰਦਿਆਲ ਸਿੰਘ ਬੈਂਸ ਉਹ ਬਾਅਦ ਦੇ ਵਿੱਚ ਕੈਨੇਡਾ ਚਲਿਆ ਗਿਆ, ਪਰ ਉਹ ਬਹੁਤ ਵੱਡਾ ਜਾਣਿਆ ਪਛਾਣਿਆ ਚਿਹਰਾ ਕਮਿਊਨਿਸਟ ਲਹਿਰ ਦਾ ਅੰਤਰਰਾਸ਼ਟਰੀ ਪੱਧਰ 'ਤੇ ਸੀ ਅਤੇ ਉਹਦਾ ਕੈਨੇਡਾ ਦੇ ਵਿੱਚ ਆਪਦੀ ਤਕੜੀ ਇੱਕ ਉਹਦੀ ਜਥੇਬੰਦੀ ਸੀ ਜਿਹਦਾ ਉਹ ਜਨਰਲ ਸਕੱਤਰ ਸੀ। ਸੋ ਇਸ ਤਰ੍ਹਾਂ ਜੋ ਗੁੜਤੀ ਮਿਲੀ ਉਹ ਬਚਪਨ ਦੇ ਵਿੱਚ ਹੀ ਇਸ ਤਰ੍ਹਾਂ ਮਿਲੀ ਅਤੇ ਜਨਮ ਵੀ ਜਸਟਿਸ ਅਜੀਤ ਸਿੰਘ ਬੈਂਸ ਦਾ 1922 'ਚ ਹੋਇਆ ਸੀ। ਸੋ 1922 ਅਤੇ ਜਿਹੜੇ 20 ਤੋਂ 25 ਤੱਕ ਦੇ ਜਿਹੜੇ ਸਾਲ ਨੇ ਉਹ ਇੱਕ ਬਹੁਤ ਵੱਡੇ ਸਿੱਖ ਜੱਦੋ ਜਹਿਦ ਜਿਹੜੀ ਗੁਰਦੁਆਰਿਆਂ ਦੀ ਆਜ਼ਾਦੀ ਲਈ ਚੱਲੀ ਉਹਦੇ ਸਾਲ। ਸੋ ਇਸ ਕਰਕੇ ਸ਼ਾਇਦ ਕਿਤੇ ਉਹਦਾ ਵੀ ਸੰਬੰਧ ਕਿਤੇ ਜੁੜਦਾ ਜਾ ਕੇ ਕਿ ਮੁੱਢ ਤੋਂ ਹੀ ਇਹਨਾਂ ਦੇ ਵਿਚਾਰਾਂ ਦੇ ਵਿੱਚ ਇਹ ਗੱਲ ਸ਼ਾਮਲ ਹੋ ਗਈ ਸੀ ਕਿ ਹਕੂਮਤ ਦੇ ਧੱਕੇ ਧੋੜਿਆਂ ਦੇ ਖਿਲਾਫ ਜਿਹੜੀ ਇੱਕ ਸੰਘਰਸ਼ ਕਰਨ ਦੀ ਰਵਾਇਤ ਹੈ ਉਹਦੇ ਨਾਲ ਜੁੜ ਚੁੱਕੇ ਸੀਗੇ। ਸੋ ਚਲੋ ਆਪਾਂ ਬਹੁਤਾ ਇਸ ਗੱਲ ਦੇ ਵਿਸਥਾਰ 'ਚ ਨਾ ਜਾਈਏ, ਗੱਲ ਆਪਾਂ ਕਰਦੇ ਹਾਂ 1984 ਤੋਂ ਬਾਅਦ। ਸੋ 1984 ਤੋਂ ਬਾਅਦ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੋੜ ਆਇਆ। ਬਹੁਤ ਸਾਰੇ ਕਮਿਊਨਿਸਟ ਜਾਂ ਲੋਕ ਜਿਹੜੇ ਪਹਿਲਾਂ ਕਮਿਊਨਿਸਟਾਂ ਨੂੰ ਇਨਕਲਾਬੀ ਸਮਝਦੇ ਸੀ ਅਤੇ ਉਸ ਲਹਿਰ ਦੇ ਨਾਲ ਹੀ ਆਪਣੀਆਂ ਹਮਦਰਦੀਆਂ ਰੱਖਦੇ ਸੀ, ਉਹਨਾਂ ਨੇ ਇੱਕਦਮ ਉਹਨਾਂ ਦੀ ਸੋਚ ਦੇ ਵਿੱਚ ਇੱਕ ਤਬਦੀਲੀ ਆਈ ਅਤੇ ਉਹ ਕਮਿਊਨਿਸਟ ਲਹਿਰ ਦਾ ਜੋ ਉਹਨਾਂ ਨੇ ਹਾਲ ਦੇਖਿਆ, ਜੋ ਰੋਲ ਦੇਖਿਆ, ਉਹ ਤੋਂ ਉਹਨਾਂ ਦਾ ਮੋਹ ਭੰਗ ਹੋਇਆ, ਡਿਸਇਲੂਜ਼ਨਮੈਂਟ ਹੋਈ ਅਤੇ ਆਪਦੇ ਆਪ ਨੂੰ ਜਿਹੜੀ ਸਿੱਖ ਲਹਿਰ ਹੈ, ਖਾੜਕੂ ਲਹਿਰ, ਜਿਹਦੀ ਨੀਂਹ ਜਾਂ ਜਿਹਦਾ ਆਰੰਭ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ੁਰੂ ਕਰ ਦਿੱਤਾ ਸੀ ਅਤੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਛੇਤੀ ਕੁਛ ਮਹੀਨਿਆਂ ਬਾਅਦ ਹੀ ਜਾਂ ਨਵੰਬਰ ਦੀ ਨਸਲਕੁਸ਼ੀ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਇੱਕ ਬਕਾਇਦਾ ਜਥੇਬੰਦ ਹੋ ਕੇ 85 'ਚ ਜਾ ਕੇ ਉਹ ਲਹਿਰ ਆਰੰਭ ਹੋ ਗਈ ਸੀ। ਸੋ ਜਸਟਿਸ ਬੈਂਸ 84 'ਚ ਰਿਟਾਇਰ ਹੁੰਦੇ ਨੇ ਅਤੇ 85 ਦੇ ਵਿੱਚ ਖਾੜਕੂ ਲਹਿਰ ਸ਼ੁਰੂ ਹੋ ਜਾਂਦੀ ਹੈ ਅਤੇ ਲਹਿਰ ਦੇ ਨਾਲ ਹੀ ਉਸ ਲਹਿਰ ਦੇ ਉੱਤੇ ਅਤੇ ਜਾਂ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮਾਂ ਦਾ ਇੱਕ ਦੌਰ ਹੈ, ਕਾਲਾ ਦੌਰ, ਉਹ ਸ਼ੁਰੂ ਹੋ ਜਾਂਦਾ ਹੈ। ਸੋ ਜਸਟਿਸ ਅਜੀਤ ਸਿੰਘ ਬੈਂਸ ਨੇ ਐਨ ਸ਼ੁਰੂ ਤੋਂ ਹੀ
ਜਦੋਂ ਸ਼ਾਇਦ ਕੋਈ ਪਹਿਲੀ ਘਟਨਾ ਹੋਈ ਹੋਵੇਗੀ ਪੁਲਿਸ ਦੇ ਤਸ਼ੱਦਦ ਦੀ ਜਾਂ ਜ਼ੁਲਮ ਦੀ ਜਾਂ ਵਧੀਕੀ ਦੀ, ਉਹਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਅਤੇ 1985 'ਚ ਉਹਨਾਂ ਨੇ ਇੱਕ ਬਕਾਇਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ ਜਥੇਬੰਦੀ ਦੀ ਨੀਂਹ ਰੱਖ ਦਿੱਤੀ। ਉਸ ਜਥੇਬੰਦੀ ਦੇ ਉਹ ਆਪ ਪ੍ਰਧਾਨ ਸੀਗੇ। ਇਹ 1985 'ਚ ਜਿਹਨੂੰ ਕਹਿੰਦੇ ਸੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਹਦਾ ਛੋਟਾ ਨਾਂ PHRO ਦੇ ਤੌਰ 'ਤੇ ਸਾਰੀ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਹੋਇਆ। ਸੋ 85 ਤੋਂ ਸ਼ੁਰੂ ਕਰਕੇ ਆਪਣੇ ਜਿੰਨਾ ਚਿਰ ਉਹ ਸਰੀਰ ਉਹਨਾਂ ਦਾ ਸਾਥ ਦਿੰਦਾ ਰਿਹਾ, ਉਹ ਘਰ ਤੋਂ ਬਾਹਰ ਨਿਕਲ ਕੇ ਅੱਡ ਅੱਡ ਥਾਵਾਂ 'ਤੇ ਜਾ ਸਕਦੇ ਸੀ। ਜਦੋਂ ਉਹਨਾਂ ਦੀ ਜਿਸਮਾਨੀ ਹਾਲਤ ਇਸ ਤਰ੍ਹਾਂ ਦੀ ਸੀ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਕੋਈ ਅਜਿਹਾ ਪੰਥਕ ਇਕੱਠ ਜਾਂ ਸਭਾ ਨਹੀਂ ਛੱਡੀ ਜਿੱਥੇ ਉਹ ਨਹੀਂ ਪਹੁੰਚੇ ਹੋਣੇ। ਸੋ ਉਹ ਜਿਹੜੇ 10 ਸਾਲ ਸੀ 85 ਤੋਂ ਲੈ ਕੇ 95 ਤੱਕ ਦੇ, ਜਦੋਂ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵੀ ਵਾਪਰਿਆ ਅਤੇ ਇੱਥੇ ਸੂਰਮ ਗਤੀ ਦੇ ਬਹੁਤ ਕਾਂਡ ਵੀ ਰਚੇ ਗਏ ਸਿੱਖ ਜੁਝਾਰੂਆਂ ਵੱਲੋਂ, ਉਹਦੇ ਨਾਲ ਜਸਟਿਸ ਅਜੀਤ ਸਿੰਘ ਬੈਂਸ ਦਿਲੋਂ ਜੁੜੇ, ਉਸ ਲਹਿਰ ਨਾਲ ਜੁੜੇ ਅਤੇ ਉਸ ਜੋ ਸਰਕਾਰ ਦੇ ਜ਼ੁਲਮ ਸੀ, ਪੁਲਿਸ ਦੇ ਜ਼ੁਲਮ ਸੀਗੇ ਜਾਂ ਵਧੀਕੀਆਂ ਸੀ, ਉਹਦੇ ਖਿਲਾਫ ਬਕਾਇਦਾ ਜਥੇਬੰਦ ਹੋ ਕੇ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਇਸ ਵਜ੍ਹਾ ਕਰਕੇ ਉਹ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਉਦੋਂ ਤੋਂ ਹੀ ਰੜਕ ਰਹੇ ਸੀ। ਪਰ ਹਾਈ ਕੋਰਟ ਦੇ ਰਿਟਾਇਰ ਹੋਏ ਜੱਜ ਸੀ, ਉਹਨਾਂ ਨੂੰ ਛੇਤੀ ਕੀਤਿਆਂ ਹੱਥ ਪਾਉਣਾ ਇੰਨਾ ਸੌਖਾ ਨਹੀਂ ਸੀ ਜਿੰਨਾ ਆਮ ਸਿੱਖ ਨੂੰ ਉਹ ਪਾ ਲੈਂਦੇ ਸੀ। ਸੋ ਜਸਟਿਸ ਬੈਂਸ ਜੀ ਨੇ ਉਹ ਸਾਰੇ 10 ਸਾਲਾਂ ਦੇ ਵਿੱਚ ਬਹੁਤ ਹਰ ਜਗ੍ਹਾ ਪਹੁੰਚ ਕੇ ਹਰ ਘਟਨਾ 'ਤੇ ਬੋਲੇ, ਇਕੱਲੇ ਬੋਲੇ ਨਹੀਂ, ਪੜਤਾਲ ਕੀਤੀ, ਡਾਕੂਮੈਂਟੇਸ਼ਨ ਕੀਤੀ, ਦਸਤਾਵੇਜ਼ ਤਿਆਰ ਕੀਤੇ ਅਤੇ ਉਹ ਦਸਤਾਵੇਜ਼ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਪਹੁੰਚਾਉਣ ਦੀ ਲੋੜ ਸੀ ਪਹੁੰਚਾਏ ਜਾ ਸਕਦੇ ਸੀ। ਪਰ UN ਤੋਂ ਲੈ ਕੇ ਐਮਨੈਸਟੀ ਇੰਟਰਨੈਸ਼ਨਲ ਤੱਕ, ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ, ਸਵਿਟਜ਼ਰਲੈਂਡ, ਜਿਹੜੇ ਵੀ ਦੇਸ਼ਾਂ ਦੀਆਂ ਜਿਹੜੀਆਂ ਸੀਗੀਆਂ ਅੰਬੈਸੀਜ਼, ਰਾਜਦੂਤ ਜਾਂ ਉੱਥੋਂ ਦੇ ਜਿਹੜੇ ਹੁਕਮਰਾਨ ਸੀਗੇ, ਚੁਣੇ ਹੋਏ ਨੁਮਾਇੰਦੇ ਸੀ, ਉਹਨਾਂ ਤੱਕ ਉਹ ਗੱਲ ਪਹੁੰਚਾਈ। ਸੋ ਇਸ ਪੱਖੋਂ ਜਸਟਿਸ ਅਜੀਤ ਸਿੰਘ ਦਾ ਬੈਂਸ ਦਾ ਜਿਹੜਾ ਜੀਵਨ ਹੈ, ਉਹ ਸਮਝ ਲਓ ਕਿ ਇਹਨਾਂ ਸਾਲਾਂ ਦੇ ਵਿੱਚ ਪੰਜਾਬ ਉੱਤੇ ਜੋ ਕੁਛ ਵੀ ਵਾਪਰਿਆ ਉਹ ਆਪਦੇ ਆਪ 'ਚ ਉਹਦਾ ਇੱਕ ਦਸਤਾਵੇਜ਼ ਬਣ ਗਏ ਸੀਗੇ। ਸੋ ਇਹ ਜਿਹੜਾ ਇਤਿਹਾਸ ਦਾ ਕਾਂਡ ਦੌਰ ਸੀਗਾ, ਸੋ ਇਹ ਬੜਾ ਹੋਣੀ ਭਰਪੂਰ ਦੌਰ ਸੀ। ਸੋ ਉਸ ਯੁੱਗ ਦੇ, ਉਸ ਦੌਰ ਦੇ ਇੱਕ ਜੇ ਪ੍ਰਮਾਣਿਕ ਨੁਮਾਇੰਦੇ ਆਪਾਂ ਸਮਝ ਸਕਦੇ ਹਾਂ, ਜਿਨ੍ਹਾਂ ਨੇ ਨਾ ਸਿਰਫ ਸਭ ਕੁਝ ਦੇਖਿਆ, ਮਹਿਸੂਸ ਕੀਤਾ ਅਤੇ ਸਿਰਫ ਮਹਿਸੂਸ ਨਹੀਂ ਕੀਤਾ, ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹਰ ਤਰੀਕੇ ਨਾਲ, ਦਸਤਾਵੇਜ਼ਾਂ ਦੇ ਰੂਪ 'ਚ ਵੀ, ਧਰਨੇ ਮੁਜ਼ਾਹਰਿਆਂ ਦੇ ਰੂਪ ਦੇ ਵਿੱਚ ਵੀ, ਕਦੇ ਭੁੱਖ ਹੜਤਾਲਾਂ ਕੀਤੀਆਂ, ਕਦੇ ਕੁਛ, ਬਸ ਜੋ ਵੀ ਸੰਭਵ ਹੋਇਆ, ਜੋ ਵੀ ਠੀਕ ਲੱਗਿਆ, ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਜਾਂ ਉਹਦੇ ਖਿਲਾਫ ਆਵਾਜ਼ ਉਠਾਉਣ ਵਾਸਤੇ ਉਹਨਾਂ ਨੇ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦਿੱਤਾ। ਇੱਕ ਵਾਰ ਉਹ ਆਪਣਾ ਜਸਵੰਤ ਸਿੰਘ ਖਾਲੜਾ ਦੇ ਨਾਲ ਇਕੱਠੇ ਵੀ ਕਿਤੇ ਗ੍ਰਿਫਤਾਰ ਹੋਏ ਸੀ, ਜਦੋਂ ਉਹਨਾਂ ਨੂੰ ਇੱਕ ਰਾਤ ਥਾਣੇ ਦੇ ਵਿੱਚ ਰੱਖਿਆ ਗਿਆ ਸੀ ਅੰਮ੍ਰਿਤਸਰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਦੁਆਲੇ CRP ਦਾ ਹਰ ਵੇਲੇ ਕਸਮਾਂ ਘੇਰਾ ਹੁੰਦਾ ਸੀ ਅਤੇ ਹਰ ਸਾਲ 6 ਜੂਨ ਨੂੰ ਸਿੱਖ ਜਾਂਦੇ ਸੀਗੇ ਉਸ ਦਿਨ ਦੇ ਉੱਤੇ, ਉਸ ਦਿਨ ਨੂੰ ਯਾਦ ਕਰਨ ਵਾਸਤੇ, ਉੱਥੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਨ ਵਾਸਤੇ, ਅਤੇ ਸਰਕਾਰ ਜਾਂ CRP ਜਿਹੜੀ ਸੀ ਉਹ ਉਹਨਾਂ ਨੂੰ ਜਾਣ ਤੋਂ ਰੋਕਦੀ ਸੀ। ਸੋ ਉਹ ਇੱਕ ਜੱਦੋ ਜਹਿਦ ਦਾ ਦੌਰ ਸੀ ਜਿਹੜਾ ਹਰ ਸਾਲ 6 ਜੂਨ ਨੂੰ ਅੰਮ੍ਰਿਤਸਰ ਦੇ ਵਿੱਚ
ਸਿੱਖ ਜਾਣ 'ਤੇ ਵਿਜਿਤ ਹੁੰਦੇ ਸੀ ਤੇ ਗੌਰਮੈਂਟ ਰੋਕਦੀ ਸੀ। ਤੇ ਮੇਰਾ ਖਿਆਲ ਹੈ ਕੋਈ ਸਾਲ ਨਹੀਂ ਹੋਣਾ ਜਦੋਂ ਜਸਟਿਸ ਬੈਂਸ ਉੱਥੇ ਨਹੀਂ ਪਹੁੰਚੇ। ਅਖੀਰ ਨੂੰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ 1992 ਦੇ ਵਿੱਚ, ਤੇ ਜਦੋਂ ਫਿਰ ਜਿਹੜੇ ਜ਼ੁਲਮ ਨੇ ਉਹ ਆਪਣੀ ਸਿਖਰ 'ਤੇ ਪਹੁੰਚੇ, ਉਦੋਂ ਉਹਨਾਂ ਨੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ। ਉਸ ਸਾਲ 18 ਮਾਰਚ ਨੂੰ ਹੋਲਾ ਮਹੱਲਾ ਆਨੰਦਪੁਰ ਸਾਹਿਬ ਦੇ ਜਿੱਥੇ ਰਾਜਸੀ ਕਾਨਫਰੰਸਾਂ, ਉਹ ਜਿਹੜਾ ਸਮਾਂ ਸੀ 85 ਤੋਂ ਲੈ ਕੇ 95 ਤੱਕ ਦਾ ਕਹਿ ਲਓ ਜਾਂ 93 ਤੱਕ ਦਾ, ਉਹ ਹਰ ਸਾਲ ਆਨੰਦਪੁਰ ਸਾਹਿਬ ਦੇ ਇਕੱਠ 'ਤੇ ਸਿੱਖ ਵੱਡੀ ਗਿਣਤੀ 'ਚ ਪਹੁੰਚਦੇ ਸੀ। ਉੱਥੇ ਕਾਨਫਰੰਸ ਹੁੰਦੀ ਸੀ ਅਤੇ ਉੱਥੇ ਬੜੀ ਬੇਬਾਕ ਹੋ ਕੇ ਆਵਾਜ਼ ਉਠਾਈ ਜਾਂਦੀ ਸੀ ਸਿੱਖਾਂ ਦੀ ਆਜ਼ਾਦੀ ਦੇ ਹੱਕ 'ਚ ਅਤੇ ਭਾਰਤ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ। ਸੋ ਉਸ ਸਾਲ 1992 ਨੂੰ 18 ਮਾਰਚ ਨੂੰ ਅਜੀਤ ਸਿੰਘ ਬੈਂਸ ਜੀ ਨੇ ਉੱਥੇ ਇੱਕ ਤਕਰੀਰ ਕੀਤੀ। ਬਸ ਪੰਜਾਬ ਪੁਲਿਸ ਜਾਂ ਭਾਰਤ ਸਰਕਾਰ ਕਹਿ ਲਓ, ਇਸ ਤਾਕ ਦੇ ਵਿੱਚ ਸੀ ਕਿ ਕੋਈ ਵੀ ਬਹਾਨਾ ਸਾਨੂੰ ਮਿਲੇ ਅਸੀਂ ਇਹਨੂੰ ਗ੍ਰਿਫਤਾਰ ਕਰੀਏ। ਸਪੀਚ ਉਹੀ ਸੀ ਕਿ ਜ਼ੁਲਮਾਂ ਦੇ ਖਿਲਾਫ ਬਹੁਤ ਰੋਹ 'ਚ ਆ ਕੇ ਬੋਲੇ ਸੀਗੇ, ਬੇਬਾਕ ਹੋ ਕੇ ਬੇਖੌਫ ਹੋ ਕੇ ਬੋਲੇ ਸੀ। ਉਸ ਸਪੀਚ ਨੂੰ ਆਧਾਰ ਬਣਾ ਕੇ ਕਿ ਇਹਦੇ ਵਿੱਚ ਹਿੰਸਾ ਭੜਕਾਉਣ ਦਾ ਯਤਨ ਕੀਤਾ ਗਿਆ, ਲੋਕਾਂ ਨੂੰ ਉਕਸਾਉਣ ਦਾ ਯਤਨ ਕੀਤਾ ਗਿਆ, ਉਹਨਾਂ 'ਤੇ ਕੇਸ ਰਜਿਸਟਰ ਕੀਤਾ ਅਤੇ ਅਖੀਰ 3 ਅਪ੍ਰੈਲ 1992 ਨੂੰ ਉਹਨਾਂ ਦੇ ਘਰ 'ਤੇ ਛਾਪਾ ਮਾਰਿਆ। 2 ਸੈਕਟਰ ਦੇ ਵਿੱਚ ਜਿਹੜਾ ਘਰ ਹੈ ਉਹਨਾਂ ਦਾ, ਜਿੱਥੇ ਅੱਜ ਕੱਲ੍ਹ ਰਾਜਵਿੰਦਰ ਸਿੰਘ ਬੈਂਸ ਰਹਿ ਰਹੇ ਨੇ, ਉਹਨਾਂ ਦੇ ਬੇਟੇ, ਉਸ ਘਰ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ। ਭਾਰਤ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਘਟਨਾ ਸੀ ਜਦੋਂ ਕਿਸੇ ਰਿਟਾਇਰ ਹੋਏ ਜੱਜ ਨੂੰ ਫੜ ਕੇ ਹੱਥਕੜੀ ਲਾਈ ਹੋਵੇ ਪੁਲਿਸ ਨੇ। ਕਦੇ ਡਿਟੇਨ ਤਾਂ ਕਰ ਲਏ, ਸ਼ਾਇਦ ਹੋਰ ਵੀ ਕੀਤੇ ਹੋਣ ਜ਼ੁਲਮਾਂ ਦੇ ਖਿਲਾਫ ਜਾਂ ਬੇਇਨਸਾਫੀ ਦੇ ਖਿਲਾਫ ਜਾਂ ਸਮਾਜਿਕ ਨਿਆਂ ਦੇ ਪੱਖ 'ਚ ਆਵਾਜ਼ ਉਠਾਉਣ ਵਾਲੇ, ਪਰ ਕਿਸੇ ਜੱਜ ਨੂੰ ਕਦੇ ਕਿਸੇ ਨੇ ਹੱਥਕੜੀ ਲਾਉਣ ਦੀ ਜ਼ਰੂਰਤ ਨਹੀਂ ਸੀ ਕੀਤੀ। ਸੋ ਇਹਨਾਂ ਨੂੰ ਨਾ ਸਿਰਫ ਹੱਥਕੜੀ ਲਾਈ, ਸਗੋਂ ਬਹੁਤ ਬਦਤਮੀਜ਼ੀ ਵੀ ਪੁਲਿਸ ਨੇ ਇਹਨਾਂ ਨਾਲ ਕੀਤੀ। ਅਤੇ ਇਹ ਛਾਪਾ ਪੰਜਾਬ ਦੀ ਅਤੇ ਚੰਡੀਗੜ੍ਹ ਦੀ ਪੁਲਿਸ ਨੇ ਰਲ ਕੇ ਮਾਰਿਆ ਸੀ। ਅਤੇ ਇਹ ਜਿਹੜਾ ਉਸ ਮੌਕੇ ਦਾ ਕੇਂਦਰ ਵੱਲੋਂ ਥਾਪੀ ਦੇ ਕੇ ਭੇਜਿਆ ਪੁਲਿਸ ਅਫਸਰ ਸੀ JF ਰਵੇਰੋ, ਉਹਦੀ ਅਗਵਾਈ ਹੇਠ ਛਾਪਾ ਮਾਰਿਆ ਗਿਆ ਸੀਗਾ। ਸੋ ਉਹਨਾਂ ਨੂੰ ਗ੍ਰਿਫਤਾਰ ਕੀਤਾ, ਧੱਕਾ ਮੁੱਕੀ ਕੀਤੀ ਅਤੇ ਅਖੀਰ ਜਾ ਕੇ ਥਾਣੇ ਦੇ ਵਿੱਚ ਜਾਂ ਹਵਾਲਾਤ ਦੇ ਵਿੱਚ ਲੈ ਗਏ ਉਹਨਾਂ ਨੂੰ। 52 ਘੰਟੇ ਕਿਤੇ ਵੀ ਪੇਸ਼ ਨਹੀਂ ਕੀਤਾ। ਇਹ ਵੀ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਕਿ ਇੱਕ ਜੱਜ ਨੂੰ, ਰਿਟਾਇਰ ਹੋਏ ਹਾਈ ਕੋਰਟ ਦੇ ਜੱਜ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ ਹੋਵੇ, ਬਿਨਾਂ ਕਿਤੇ ਪੇਸ਼ ਕੀਤਿਆਂ, ਬਿਨਾਂ ਕਿਸੇ ਕਾਨੂੰਨੀ ਹੁਕਮ ਤੋਂ, ਬਸ ਸਿਰਫ ਪੁਲਿਸ ਦੀ ਮਰਜ਼ੀ ਨਾਲ 52 ਘੰਟੇ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ। ਉਸ ਤੋਂ ਬਾਅਦ 5 ਅਪ੍ਰੈਲ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਚੰਡੀਗੜ੍ਹ 'ਚ, ਅਤੇ ਉਹਨੇ ਪੁਲਿਸ ਦੀ ਮੰਗ ਕਰਨ 'ਤੇ 2 ਦਿਨ ਦਾ ਰਿਮਾਂਡ ਦਿੱਤਾ। ਇਹ ਵੀ ਪਹਿਲੀ ਵਾਰ ਹੋਇਆ ਹਿੰਦੁਸਤਾਨ ਦੇ ਇਤਿਹਾਸ 'ਚ ਕਿ ਕਿਸੇ ਰਿਟਾਇਰਡ ਜੱਜ ਨੂੰ ਪੁਲਿਸ ਦਾ ਰਿਮਾਂਡ ਮਿਲ ਗਿਆ ਹੋਵੇ ਅਤੇ ਜੱਜ ਨੇ ਪੂਰੀ ਵਫਾਦਾਰੀ ਨਾਲ ਉਹਦੀ ਪਾਲਣਾ ਕਰਦਿਆਂ ਹੁਕਮਾਂ ਦੀ ਉਹਨਾਂ ਨੂੰ ਰਿਮਾਂਡ ਦਿੱਤਾ। ਜਿਵੇਂ ਕੋਈ ਮੁਜਰਮ ਹੁੰਦਾ ਹੈ ਜਿਹਦੇ ਕੋਲੋਂ ਕੋਈ ਹਥਿਆਰ ਕਢਾਉਣਾ ਹੋਵੇ ਜਾਂ ਕੋਈ ਹੋਰ ਮੁਜਰਮ ਫੜਨਾ ਹੋਵੇ, ਗੱਲ ਸਿਰਫ ਇੰਨੀ ਸੀ ਕਿ ਇੱਕ ਸਪੀਚ ਦਿੱਤੀ ਸੀ। ਸੋ 2 ਦਿਨ ਦਾ ਪੁਲਿਸ ਰਿਮਾਂਡ ਲਿਆ। ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਅਤੇ ਪੂਰੇ 5.5 ਮਹੀਨੇ ਉਹ ਬਡੈਲ ਜੇਲ੍ਹ 'ਚ ਰਹੇ, ਅਤੇ ਜਿੱਥੋਂ ਫਿਰ ਉਹ ਜਾ ਕੇ ਅਗਸਤ ਦੇ ਵਿੱਚ ਜ਼ਮਾਨਤ 'ਤੇ ਰਿਹਾ ਹੋਈ। ਸੋ ਇਸ ਤਰ੍ਹਾਂ ਮਤਲਬ ਜਿਹੜਾ ਹੈਗਾ, ਤਾਂ ਮੈਂ ਕਹਿਣਾ ਕਿ ਉਹਨਾਂ ਨੂੰ ਅਸੀਂ ਇੱਕ ਯੁੱਗ ਦਾ ਨੁਮਾਇੰਦਾ ਕਹਿ ਸਕਦੇ ਹਾਂ। ਸੋ ਉਹਨਾਂ ਦੇ ਜਾਣ ਨਾਲ ਇਹ ਕਹਿ ਲਓ ਕਿ ਪੰਜਾਬ ਦਾ ਇੱਕ ਬਹੁਤ ਹੀ
ਹੋਣੀ ਭਰਪੂਰ ਤੇ ਅਰਥ ਭਰਪੂਰ ਜੋ ਯੁੱਗ ਹੈ ਜਾਂ ਇਤਿਹਾਸ ਹੈ ਉਹ ਤੁਰ ਗਿਆ ਹੈ, ਪਰ ਆਪਦੇ ਪਿੱਛੇ ਯਾਦਾਂ ਬਹੁਤ ਛੱਡ ਗਿਆ ਹੈ, ਲਿਖਤੀ ਵੀ, ਦਸਤਾਵੇਜ਼ੀ ਵੀ ਤੇ ਬਾਕੀ ਲੋਕਾਂ ਦੇ ਦਿਲਾਂ 'ਚ ਵੀ, ਜਿਹੜੇ ਉਹਦੇ ਨਾਲ ਵਿਚਰੇ ਨੇ, ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ, ਜਿਨ੍ਹਾਂ ਨੇ ਉਹਨਾਂ ਨਾਲ ਰਲ ਕੇ ਕੰਮ ਕੀਤਾ। ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ 'ਚ ਉਹ ਬਹੁਤ ਕੁਛ ਉਹਨਾਂ ਬਾਰੇ ਸਾਹਮਣੇ ਲਿਆਉਣਗੇ, ਤਾਂ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਅਜੋਕੇ, ਉਹ ਉਹਨਾਂ ਤੋਂ ਕੋਈ ਸੇਧ ਤੇ ਪ੍ਰੇਰਨਾ ਲੈ ਸਕੇ। ਸੋ ਇਹ ਉਹਨਾਂ ਦਾ ਇੱਕ ਇਤਿਹਾਸ ਸੀਗਾ। ਤੇ ਜਿੰਨਾ ਚਿਰ ਉਹ ਪੁਲਿਸ ਕੋਲ ਰਹੇ, ਜਾਂ ਜੇ ਆਪਣਾ ਪੁਲਿਸ ਕੋਲ ਜਿਹੜਾ ਉਹਨਾਂ ਦਾ ਰਿਹਾ, 2 ਦਿਨ ਦਾ ਪੁਲਿਸ ਰਿਮਾਂਡ ਤੇ 52 ਘੰਟੇ ਦੀ ਗੈਰ ਕਾਨੂੰਨੀ ਹਿਰਾਸਤ, ਬਾਹਰ ਸਾਰੇ ਦੇਸ਼ਾਂ ਦੇ ਵਿੱਚ ਬਾਹਰ ਬੈਠੇ ਸਿੱਖਾਂ ਨੇ ਕੋਈ ਇਹੋ ਜਿਹੀ ਜਗ੍ਹਾ ਨਹੀਂ ਛੱਡੀ ਜਿੱਥੇ ਤੱਕ ਆਪਦੀ ਗੱਲ ਨਾ ਪਹੁੰਚਾਈ ਹੋਵੇ, ਆਪਦਾ ਰੋਹ ਨਾ ਪ੍ਰਗਟ ਕੀਤਾ ਹੋਵੇ। ਉਹਨਾਂ ਨੇ ਐਮਨੈਸਟੀ ਇੰਟਰਨੈਸ਼ਨਲ ਤੱਕ ਪਹੁੰਚ ਕੀਤੀ, UN ਦੇ ਜਿਹੜੇ ਹਿਊਮਨ ਰਾਈਟਸ ਦੇ ਮਹਿਕਮੇ ਉਹਨਾਂ ਤੱਕ ਅਪਰੋਚ ਕੀਤੀ। ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਹਾਲੈਂਡ, ਇਹਨਾਂ ਸਾਰੇ ਦੇਸ਼ਾਂ ਦੇ ਜਿਹੜੇ ਸੀਗੇ ਅੰਬੈਸਡਰ ਜਾਂ ਰਾਜਦੂਤ, ਉਹਨਾਂ ਤੱਕ ਲਿਖਤੀ ਮੈਮੋਰੰਡਮ ਦਿੱਤੇ। ਤੇ ਹੋਰ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦੀਆਂ ਪਾਰਲੀਮੈਂਟਾਂ ਦੇ, ਅਸੈਂਬਲੀਆਂ ਦੇ, ਉਹਨਾਂ ਸਾਰਿਆਂ ਤੱਕ ਗੱਲ ਪਹੁੰਚਾਈ ਲਿਖਤੀ ਰੂਪ ਦੇ ਵਿੱਚ। ਤੇ ਉਹਨਾਂ ਨੇ ਵੀ ਬਹੁਤ ਇਸ ਗੱਲ ਦੇ ਉੱਤੇ ਬਾਹਰੋਂ ਜਿਹੜੇ ਸੀਗੇ ਬੰਦੇ, ਉਹਨਾਂ ਨੇ ਬਹੁਤ ਆਵਾਜ਼ ਉਠਾਈ। ਨਤੀਜਾ ਇਹ ਨਿਕਲਿਆ ਕਿ ਕੁਛ ਕੁ ਦਿਨਾਂ 'ਚ 300 ਟੈਲੀਗ੍ਰਾਮਸ ਜਿਹੜੀਆਂ ਤਾਰਾਂ ਸੀਗੀਆਂ ਇਕੱਲੀ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਇੱਥੇ ਪੁਲਿਸ ਤੱਕ ਪਹੁੰਚੀਆਂ ਜਾਂ ਇੱਥੋਂ ਦੀ ਸਰਕਾਰ ਤੱਕ ਪਹੁੰਚੀਆਂ। ਤੇ ਇੰਨਾ ਪ੍ਰਾਪੇਗੰਡਾ 3 ਕੁ ਦਿਨਾਂ 'ਚ ਹੋਇਆ ਵਿਦੇਸ਼ਾਂ ਦੇ ਵਿੱਚ, ਜਿਹੜਾ ਮੀਡੀਆ ਉਹਦੇ 'ਚ, ਕਿ ਜਿਹੜੀ ਭਾਰਤ ਸਰਕਾਰ ਹੈ ਉਹ ਇੱਕਦਮ ਘਬਰਾ ਗਈ ਸੀ ਕਿ ਇਹ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕੂਗਾ। ਤੇ ਇਹ ਔਨ ਰਿਕਾਰਡ ਹੈ, ਇਹ ਖਬਰਾਂ ਲੱਗ ਚੁੱਕੀਆਂ ਬਕਾਇਦਾ ਉਸ ਮੌਕੇ ਦੇ ਅਖਬਾਰਾਂ ਦੇ ਵਿੱਚ ਤੇ ਮੈਗਜ਼ੀਨਾਂ 'ਚ, ਕਿ ਭਾਰਤ ਸਰਕਾਰ ਨੇ ਫੌਰੀ ਜਿਹੜੀ ਪੰਜਾਬ ਦੀ ਸਰਕਾਰ ਸੀ ਉਹਦੇ ਕੋਲ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਸੀ ਕਿ ਜਿਸ ਤਰੀਕੇ ਨਾਲ ਤੁਸੀਂ ਫੜਿਆ, ਉਹਦੇ ਨਾਲ ਵਿਦੇਸ਼ਾਂ ਦੇ ਵਿੱਚ ਜਿਹੜਾ ਸਾਡਾ ਅਕਸ ਹੈ ਉਹ ਬਹੁਤ ਖਰਾਬ ਹੋਇਆ। ਇਹ ਉਹ ਸਮਾਂ ਸੀ ਜਦੋਂ ਸਰਕਾਰਾਂ ਅਜੇ ਆਪਦੇ ਅਕਸ ਬਾਰੇ ਸੰਵੇਦਨਸ਼ੀਲ ਹੁੰਦੀਆਂ ਸੀ, ਜ਼ਾਲਮ ਵੀ ਹੁੰਦੀਆਂ ਸੀ, ਬੇਇਨਸਾਫੀ ਵੀ ਕਰਦੀਆਂ ਸੀ, ਜ਼ੁਲਮ ਕਰਦੀਆਂ, ਸਭ ਕੁਝ ਕਰਦੀਆਂ ਸੀ। ਪਰ ਬਾਹਰ ਕੀ ਲੋਕ ਸੋਚ ਰਹੇ ਆ ਉਹਨਾਂ ਬਾਰੇ, ਕੌਮਾਂਤਰੀ ਜਿਹੜੇ ਅਦਾਰੇ ਆ ਉਹ ਕੀ ਸੋਚ ਰਹੇ ਨੇ, ਇਹਦੇ ਬਾਰੇ ਉਹ ਸੰਵੇਦਨਸ਼ੀਲ ਹੁੰਦੇ ਸੀ, ਜਿਹਦੇ ਕਰਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਢੰਗ ਨਾਲ ਝਾੜ ਪਾਈ ਸੀ ਕਿ ਇਸ ਤਰ੍ਹਾਂ ਮਸਲੇ ਨਹੀਂ ਹੈਂਡਲ ਕਰੀਦੇ ਹੁੰਦੇ। ਚਲੋ, ਪਰ ਉਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ। ਅਖੀਰ ਨੂੰ ਉਹਨਾਂ ਨੂੰ ਜ਼ਮਾਨਤ 'ਤੇ ਰਿਹਾ ਕਰਨਾ ਪਿਆ। ਇੱਥੇ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜਿਆ, ਫੜਨ ਤੋਂ 1-2 ਦਿਨਾਂ ਬਾਅਦ ਰਿਵੇਰੋ ਨੇ ਬਿਆਨ ਦਿੱਤਾ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਦੇ ਸਾਹਮਣੇ। ਉਹ ਕਹਿੰਦਾ ਵੀ 6-6 ਬੈੱਡਰੂਮ ਦੇ ਘਰ ਹੈ ਇਹਨਾਂ ਲੋਕਾਂ ਦੇ, ਤੇ ਇਹ ਕਹਿੰਦੇ ਸਾਡੇ ਨਾਲ ਜ਼ੁਲਮ ਤੇ ਬੇਇਨਸਾਫੀ ਤੇ ਧੱਕਾ ਹੁੰਦਾ ਹੈ ਤੇ ਸਾਨੂੰ ਆਜ਼ਾਦੀ ਚਾਹੀਦੀ ਹੈ। ਵੀ ਕਿਹੋ ਜਿਹੀ ਜ਼ਿੰਦਗੀ ਜਿਉਂ ਰਹੇ ਨੇ ਤੇ ਗੱਲਾਂ ਕਿਹੜੀਆਂ ਕਰਦੇ ਨੇ। ਰਿਵੇਰੋ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਸ਼ਾਇਦ ਕਿ ਆਜ਼ਾਦੀ ਦੀ ਗੱਲ ਕਰਨਾ, ਜ਼ੁਲਮ ਦੇ ਖਿਲਾਫ ਗੱਲ ਕਰਨਾ, ਨਿਆਂ ਵਾਸਤੇ ਆਵਾਜ਼ ਉਠਾਉਣਾ, ਇਹਦਾ ਗਰੀਬੀ ਨਾਲ ਕੋਈ ਸੰਬੰਧ ਨਹੀਂ। ਜੇ ਗਰੀਬੀ ਤੇ ਭੁੱਖ ਨਾਲ ਹੀ ਲੋਕ ਇਨਕਲਾਬੀ ਬਣਦੇ ਹੁੰਦੇ ਤਾਂ ਮੰਗ ਤੇ ਸਭ ਤੋਂ ਵੱਡੇ ਇਨਕਲਾਬੀ ਹੋਣੇ ਸੀ। ਦੁਨੀਆ 'ਚ ਕਿਤੇ ਵੀ ਕਿਸੇ ਮੰਗਤਿਆਂ ਨੇ ਇਨਕਲਾਬ ਨਹੀਂ ਲਿਆਂਦਾ। ਸੋ ਨਾਲੇ ਸਿੱਖਾਂ ਦਾ ਤਾਂ ਜਿਹੜੀ ਸਾਰੀ ਹੈਗੀ ਆ ਜਮੈਟਰੀ ਜਾਂ ਕੈਮਿਸਟਰੀ ਹੋਰ ਤਰ੍ਹਾਂ ਦੀ ਹੈ। ਸਿੱਖ ਕਦੇ ਵੀ ਢਿੱਡ ਦੀ ਖਾਤਰ ਨਹੀਂ ਲੜੇ। ਸਿੱਖ ਲੜੇ ਤਾਂ ਗੈਰਤ ਦੀ ਖਾਤਰ, ਆਜ਼ਾਦੀ ਦੀ ਖਾਤਰ, ਖੁਦ ਮੁਖਤਿਆਰੀ ਦੀ ਖਾਤਰ, ਕਿਉਂਕਿ ਅਕਾਲ ਪੁਰਖ ਨੇ ਸਿਰਜਿਆ ਹੀ ਇਸ ਤਰ੍ਹਾਂ ਕਿ ਕਿਸੇ ਦੁਨਿਆਵੀ ਤਾਕਤ ਦੀ ਨਾ ਧੌਂਸ ਚੱਲਣੀ ਹੈ ਨਾ ਗਲਬਾ ਚੱਲਣਾ ਹੈ। ਰਿਵੇਰੋ ਨੂੰ ਇਹ ਨਹੀਂ ਸੀ ਪਤਾ।
ਅਖੀਰ ਤੇ ਜਾ ਕੇ ਉਹਨੂੰ ਅਹਿਸਾਸ ਹੋਇਆ। ਫਿਰ ਜਦੋਂ ਉਹਨੇ ਕਿਤਾਬ ਲਿਖੀ ਹੈ, ਕੁਛ ਹੋਰ ਗੱਲਾਂ ਕੀਤੀਆਂ, ਤਾਂ ਇੱਕ ਢੰਗ ਨਾਲ ਉਹਨੇ ਪ੍ਰਵਾਨ ਕੀਤਾ ਕਿ ਸਾਨੂੰ ਇੰਨਾ ਪਤਾ ਨਹੀਂ ਸੀ ਸਿੱਖਾਂ ਬਾਰੇ ਕਿ ਇਹ ਕਿਸੇ ਗੱਲ ਨੂੰ ਮਹਿਸੂਸ ਕਿਵੇਂ ਕਰਦੇ ਨੇ। ਸੋ ਉਹ ਜਿਹੜਾ ਉਹਦਾ ਇਹ ਸੀ ਕਿ 6 ਬੈੱਡਰੂਮ ਦੇ ਘਰ, ਉਹਦੇ 'ਚ ਇੱਕ ਈਰਖਾ ਵੀ ਸੀ। ਉਹ ਚਾਹੁੰਦੇ ਸੀ ਕਿ ਸਿੱਖ ਨੰਗ ਹੋਣ, ਮਲੰਗ ਹੋਣ, ਭੁੱਖੇ ਮਰਨ, ਸੜਕਾਂ 'ਤੇ ਰੁਲਣ। ਇਹ ਇਸ ਤਰ੍ਹਾਂ ਇੰਨੀ ਸੋਹਣੀ ਜ਼ਿੰਦਗੀ ਕਿਉਂ ਜਿਉਂ ਰਹੇ? ਸਿੱਖ ਜਦੋਂ ਵੀ ਜਿਉਣਗੇ ਸੋਹਣੀ ਜ਼ਿੰਦਗੀ ਜਿਉਣਗੇ, ਪਰ ਜਿਉਣਗੇ ਸਿਰ ਉੱਚਾ ਕਰਕੇ, ਅਣਖ ਦੀ ਜ਼ਿੰਦਗੀ, ਗੁਲਾਮੀ ਵਾਲੀ ਨਹੀਂ। ਇਹਦਾ ਉਹਨੂੰ ਪਤਾ ਨਹੀਂ ਸੀ ਰਵੇਰੋ ਨੂੰ ਪਹਿਲਾਂ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਉਸ ਦੌਰ ਦੀ ਕਹਾਣੀ ਪਾਉਂਦੀਆਂ। ਆਉਣ ਵਾਲੇ ਦਿਨਾਂ 'ਚ ਉਹਨਾਂ ਬਾਰੇ ਹੋਰ ਵੀ ਅਖਬਾਰਾਂ 'ਚ ਵੀ ਆਊ, ਸੋਸ਼ਲ ਮੀਡੀਆ 'ਤੇ ਵੀ ਆਊ, ਲੋਕ ਵੀ ਬੋਲਣਗੇ। ਸੋ ਜਿਹੜੀ ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਹਰ ਗੱਲ ਨੂੰ ਗੌਰ ਨਾਲ ਸੁਣਿਓ, ਦੇਖਿਓ ਉਹ ਦੌਰ ਕੀ ਸੀ ਇਤਿਹਾਸ ਦਾ। ਸੋ ਜਸਟਿਸ ਅਜੀਤ ਸਿੰਘ ਦੇ ਜੀਵਨ ਦੀ ਕਹਾਣੀ 'ਚੋਂ ਉਸ ਦੌਰ ਦਾ ਜਿਹੜਾ ਸਾਰਾ ਇਤਿਹਾਸ ਹੈ ਜਾਂ ਕਹਾਣੀ ਹੈ, ਉਹ ਨਜ਼ਰ ਆਊਗੀ। ਜਸਟਿਸ ਬੈਂਸ ਨੇ ਇੱਕ ਕਿਤਾਬ ਵੀ ਲਿਖੀ ਸੀ ਸਪੈਸ਼ਲੀ ਹਿਊਮਨ ਰਾਈਟਸ 'ਤੇ, ਜਿਹਦਾ ਨਾਂ ਸੀ ਦੀ ਸਿੱਖਸ ਅੰਡਰ ਸੀਜ, ਸਿੱਖਾਂ ਦੀ ਘੇਰਾਬੰਦੀ। ਸੋ ਉਹਦੇ ਸੀ ਕਿ ਹਿਊਮਨ ਰਾਈਟਸ ਜਿਹੜੇ ਵਾਇਲੇਸ਼ਨ ਆਫ ਹਿਊਮਨ ਰਾਈਟਸ ਇਨ ਪੰਜਾਬ, ਕਿ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਜਾਂ ਕਹਾਣ। ਉਹ ਕਿਤਾਬ ਦੇ ਵਿੱਚ ਉਹਨਾਂ ਨੇ ਬਕਾਇਦਾ ਡਾਕੂਮੈਂਟ ਆਪਦੇ ਸਾਰੇ ਔਨ ਰਿਕਾਰਡ ਲਿਆਂਦਾ ਗੱਲ ਕਿ ਇੱਥੇ ਕਿਸ ਡਿਮੈਂਸ਼ਨ ਦੇ ਉੱਤੇ, ਕਿਸ ਸਕੇਲ ਦੇ ਉੱਤੇ ਜ਼ੁਲਮ ਹੋ ਰਹੇ ਨੇ। ਸੋ ਅੰਗਰੇਜ਼ੀ 'ਚ ਵੀ ਲਗਾਏ ਅਤੇ ਪੰਜਾਬੀ 'ਚ ਵੀ ਲਗਾਏ। ਉਹ ਸਾਰੀ ਦੁਨੀਆ 'ਚ ਬਹੁਤ ਉਸ ਕਿਤਾਬ ਜਿਹੜੀ ਹੈ ਉਹ ਪਹੁੰਚੀ, ਜਗ੍ਹਾ ਜਗ੍ਹਾ, ਕੋਨੇ ਕੋਨੇ 'ਤੇ ਪਹੁੰਚੀ। ਸੋ ਇਹ ਸੀ ਜਸਟਿਸ ਅਜੀਤ ਸਿੰਘ ਬੈਂਸ ਦਾ ਜੀਵਨ। ਕਿਤੇ ਵੀ ਉਹਨਾਂ ਨੇ ਨਾ ਸਾਹ ਲਿਆ, ਨਾ ਟਿਕੇ, ਨਾ ਉਮਰ ਦੀ ਪਰਵਾਹ ਕੀਤੀ, ਨਾ ਆਪਦੇ ਜਮਾਤੀ ਜਾਂ ਦੂਜੇ ਅਹੁਦੇ ਦੇ ਰੁਤਬੇ ਦੀ ਪਰਵਾਹ ਕੀਤੀ। ਬਿਲਕੁਲ ਇੱਕ ਨਿਮਾਣੇ ਅਤੇ ਆਮ ਸਿੱਖ ਦੀ ਤਰ੍ਹਾਂ ਹਰ ਇਕੱਠ 'ਚ ਮੈਂ ਦੇਖਿਆ ਉਹਨਾਂ ਨੂੰ, ਬਹੁਤ ਸਾਰੇ ਇਕੱਠਾਂ ਦੇ ਵਿੱਚ। ਫਿਰ ਜਾਤੀ ਜੀਵਨ ਦੇ ਵਿੱਚ ਵੀ ਬੜੇ ਅਣਖ ਵਾਲੇ ਸੀ, ਬੜੀ ਗੈਰਤ ਵਾਲੇ ਬੰਦੇ ਸੀਗੇ। ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਲੈਲਪੁਰ ਖਾਲਸਾ ਕਾਲਜ ਦੇ ਵਿੱਚ ਮੇਰਾ ਇੱਕ ਦੋਸਤ ਪ੍ਰੋਫੈਸਰ ਨਰਿੰਜਨ ਸਿੰਘ ਢੇਸੀ, ਜਿਹੜਾ ਕਾਲਜ ਟਾਈਮ ਦਾ ਸਾਡਾ ਜੁਝਾਰੂ ਸਾਥੀ ਸੀ, ਉਹ ਬਹੁਤ ਸੀਨੀਅਰ ਅਹੁਦੇ 'ਤੇ ਉੱਥੇ ਪਹੁੰਚ ਗਿਆ ਸੀ ਪ੍ਰੋਫੈਸਰ ਬਣ ਕੇ। ਉਹਨੇ ਇੱਕ ਕੰਮ ਕਰਵਾਉਣਾ ਸੀਗਾ ਕਾਲਜ ਦੇ ਮਾਮਲੇ 'ਚ, ਅਤੇ ਉਹ ਕੰਮ ਜਿਹੜਾ ਉੱਥੋਂ ਦਾ ਬਲਵੀਰ ਸਿੰਘ MP ਵੀ ਰਿਹਾ, ਕਾਂਗਰਸੀ ਲੀਡਰ, ਉਹ ਮੈਨੇਜਿੰਗ ਕਮੇਟੀ ਦਾ ਉਹਦਾ ਕਰਤਾ ਧਰਤਾ ਸੀ। ਉਹਦੇ ਤੱਕ ਸਿਫਾਰਿਸ਼ ਕਰਨੀ ਸੀ ਕਿ ਜੇ ਉਹਨੂੰ ਕਹਿ ਦਿਓ। ਉਹਨੇ ਮੈਨੂੰ ਕਿਹਾ ਕਿ ਜੇ ਤੁਸੀਂ ਜਸਟਿਸ ਬੈਂਸ ਨੂੰ ਕਹਿ ਦਿਓ, ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਦਾ ਉਹ ਬਹੁਤ ਕਰੀਬੀ ਦੋਸਤ ਰਿਹਾ, ਉਹਦੀ ਉਹ ਬਿਲਕੁਲ ਮੋੜੂਗਾ ਨਹੀਂ। ਸੋ ਮੈਂ ਉਹਦੇ ਆਪਣੇ ਨਰਿੰਜਨ ਸਿੰਘ ਢੇਸੀ ਦੇ ਕਹਿਣ ਮੁਤਾਬਕ ਜਸਟਿਸ ਬੈਂਸ ਨੂੰ ਫੋਨ ਕਰ ਬੈਠਾ। ਮੈਂ ਕਿਹਾ ਜੀ ਇੱਕ ਕੰਮ ਹੈ ਛੋਟਾ ਜਿਹਾ, ਮੈਨੂੰ ਤੂੰ ਗਾਹਾਂ ਉਹਨੇ ਢੇਸੀ ਸਾਹਿਬ ਨੇ ਕਿਹਾ ਅਤੇ ਇਸ ਤਰ੍ਹਾਂ ਦੀ ਗੱਲ ਹੈ, ਬਲਵੀਰ ਸਿੰਘ ਤੋਂ ਇੱਕ ਕੰਮ ਕਰਵਾਉਣਾ ਹੈ। ਕਹਿੰਦਾ ਅਜਮੇਰ ਸਿੰਘ, ਬਲਵੀਰ ਸਿੰਘ ਤੇ ਤਾਂ ਮੈਂ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ। ਕਹਿੰਦਾ ਮੇਰਾ ਸਭ ਤੋਂ ਨੇੜਲਾ ਦੋਸਤ ਸੀ ਉਹ, ਅਤੇ ਜਦੋਂ ਮੈਨੂੰ ਪੁਲਿਸ ਨੇ ਫੜਿਆ, ਉਹ ਇੱਕ ਵਾਰ ਵੀ ਸਾਡੇ ਘਰ ਨਹੀਂ ਆਇਆ, ਉਹ ਇੱਕ ਵਾਰ ਵੀ ਮੁੜ ਕੇ ਮੇਰੇ ਮੱਥੇ ਅੱਜ ਤੱਕ ਨਹੀਂ ਲੱਗਿਆ। ਸੋ ਜਿਹੜਾ ਬੰਦਾ ਇਸ ਤਰ੍ਹਾਂ ਦੇ ਔਖੇ ਸਮੇਂ ਦੇ ਵਿੱਚ ਥੋਤੋਂ ਪਾਸਾ ਵੱਟ ਗਿਆ, ਉਹ ਤਾਂ ਕਹਿੰਦਾ ਮੇਰੇ ਵਾਸਤੇ ਤਾਂ ਮਰ ਚੁੱਕਿਆ ਹੈ। ਸੋ ਇਹ ਨਾ ਤੁਸੀਂ ਮੈਨੂੰ ਕਹੋ ਉਹਦੇ ਬਾਰੇ। ਮੈਂ ਬੜਾ ਸ਼ਰਮਸ਼ਾਰ ਵੀ ਹੋਇਆ ਅਤੇ ਮੈਨੂੰ ਗੱਲ ਲੱਗੀ ਵੀ ਆਹ ਤਾਂ ਹੋਈ ਨਾ ਗੱਲ ਇੱਕ ਗੈਰਤਮੰਦ ਬੰਦੇ ਦੀ। ਸੋ ਹੁਣ ਦੇਖ ਲਓ, ਨੇੜਲੇ ਦੋਸਤ ਵੀ ਜਾ ਕੇ ਵੀ ਕਿਤੇ ਘਰ ਦੇ ਨੇੜ ਦੀ ਨਾ ਲੰਘ ਜਾਈਏ, ਕਿਤੇ ਸਾਡਾ ਨਾ ਕੋਈ ਨੁਕਸਾਨ ਹੋ ਜੇ, ਆਪਦੇ ਕੈਰੀਅਰਾਂ ਨੂੰ ਪੈ ਗਏ। ਚਲੋ ਜਗਮੀਤ ਸਿੰਘ ਬਰਾੜ ਜਿਹੜਾ ਅੱਜ ਕੱਲ੍ਹ ਅਕਾਲੀਆਂ 'ਚ, ਉਦੋਂ ਇਹ ਕਾਂਗਰਸ ਦੇ ਵਿੱਚ ਸੀ, MP ਸੀ। ਇਹ ਉਸ ਸਮਿਆਂ ਦੇ ਵਿੱਚ ਜਗਮੀਤ ਜਿਹੜਾ ਬੇਅੰਤ ਸਿੰਘ ਦੀ ਸਰਕਾਰ ਦਾ ਕਾਫੀ ਇਹ ਕਹਿ ਲਓ ਕਿ ਆਲੋਚਕ ਸੀ।
ਉਹੀ ਇੱਕ ਬੰਦਾ ਸੀ ਸ਼ਾਇਦ ਜਿਹੜਾ ਉਸੇ ਸਮੇਂ ਜਦੋਂ ਇਹ ਗ੍ਰਿਫਤਾਰ ਹੋਏ, ਇਹ ਅਜੇ ਪੁਲਿਸ ਕਸਟਡੀ 'ਚ ਸੀ ਜਾਂ ਜੇਲ੍ਹ ਦੇ ਵਿੱਚ ਸੀ, ਘਰ ਆਏ, ਇਹਨਾਂ ਦੇ ਹਮਦਰਦੀ ਜ਼ਾਹਰ ਕੀਤੀ ਤੇ ਇਹ ਵਾਅਦਾ ਕਰਕੇ ਗਏ ਕਿ ਮੈਂ ਪਾਰਲੀਮੈਂਟ 'ਚ ਮਸਲਾ ਉਠਾਊਂਗਾ। ਉਹ ਉਠਾਇਆ ਕਿ ਨਹੀਂ ਇਹ ਨਹੀਂ ਮੈਨੂੰ ਪਤਾ, ਚਲੋ ਇੰਨਾ ਵੀ ਬਹੁਤ ਸੀ। ਅੱਜ ਉਹ ਕਿੱਥੇ ਬੈਠੇ ਨੇ, ਅੱਜ ਉਹ ਵੋਟਾਂ ਵਿੱਚ ਵੀ ਖੜਾ ਹੈ, ਇਸ ਗੱਲ ਨੂੰ ਉਹਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਜਦੋਂ ਬੰਦੇ ਦੀ ਜ਼ਿੰਦਗੀ 'ਚ ਜਾਂ ਕੌਮਾਂ ਦੇ ਜੀਵਨ 'ਚ ਵੀ ਇਹੋ ਜਿਹੇ ਭੀੜ ਦੇ ਸਮੇਂ ਆਉਂਦੇ ਨੇ, ਉਦੋਂ ਦੋਸਤ ਵੀ ਪਰਖੇ ਜਾਂਦੇ ਆ। ਸੋ ਇੰਨੀਆਂ ਕੁ ਕੁਛ ਵਿਚਾਰਾਂ ਮੈਂ ਤੁਹਾਡੇ ਨਾਲ ਅੱਜ ਫੌਰੀ ਤੌਰ 'ਤੇ ਸਾਂਝੀਆਂ ਕਰਨੇ ਚਾਹੁੰਦੇ ਸੀ, ਅਤੇ ਬਾਕੀ ਫਿਰ ਕਿਤੇ ਹੋਰ ਮੌਕਾ ਮਿਲਿਆ ਤਾਂ ਜਸਟਿਸ ਬੈਂਸ ਬਾਰੇ ਤਾਂ ਘੰਟਿਆਂ ਬੱਧੀ ਗੱਲਾਂ ਕੀਤੀਆਂ ਜਾ ਸਕਦੀਆਂ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।